ਹੈਲੋ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਜੀ ਆਇਆਂ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਆਈ ਥਿੰਕ, ਅਤੇ ਮੈਂ ਤੁਹਾਡਾ ਆਪਣਾ ਅਧਿਆਪਕ ਕਸ਼ਮੀਰ ਸਿੰਘ ਤੁਹਾਡੀ ਫੇਰ ਪੰਜਾਬੀ ਦੀ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਕਿਤਾਬਾਂ ਪੰਜਾਬੀ ਦੀਆਂ ਕੱਢ ਲਵੋ। ਪੇਜ ਨੰਬਰ 94 'ਤੇ ਤੁਸੀਂ ਪਹੁੰਚਣਾ ਹੈ, ਕਿਉਂਕਿ ਅਸੀਂ ਪਾਠ ਨੂੰ ਪੜ੍ਹ ਚੁੱਕੇ ਹਾਂ। ਪਾਠ ਨੰਬਰ ਸਾਡੇ ਕੋਲ 12 ਹੈ, ਅੱਬੂ ਦੀਆਂ ਕੁਕੜੀਆਂ। ਗੱਲਬਾਤ ਜਿਹੜੀ ਹੈ ਬੇਟਾ ਵਿਸਥਾਰ ਨਾਲ ਹੋਏਗੀ। ਅੱਗੇ ਆਪਾਂ ਇਸ ਦਾ ਜਿਹੜਾ ਪੋਰਸ਼ਨ ਹੈ ਕਰਨ ਵਾਲਾ ਅਭਿਆਸ ਦਾ ਉਹ ਕਰਾਂਗੇ, ਗੱਲਬਾਤ ਕਰਾਂਗੇ, ਵਿਚਾਰ ਸਾਂਝੇ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਸ਼ੁਰੂ ਕਰੀਏ ਪਾਠ ਨੂੰ, ਅਭਿਆਸ ਨੂੰ। ਤੁਹਾਡਾ ਸਵਾਗਤ ਹੈ। ਤੁਹਾਡੇ ਨਾਲ ਜੁੜੇ ਤੁਹਾਡੇ ਮਾਤਾ ਪਿਤਾ ਜਿਹੜੇ ਤੁਹਾਨੂੰ ਕੰਮ ਕਰਵਾ ਰਹੇ ਨੇ, ਤੁਹਾਡੇ ਵੱਡੇ ਭੈਣ ਭਰਾ, ਦੋਸਤ ਮਿੱਤਰ, ਬੱਚੀਆਂ ਦੀਆਂ ਸਹੇਲੀਆਂ, ਜਿੰਨੇ ਵੀ ਬੱਚੇ ਜੁੜੇ ਨੇ ਉਹਨਾਂ ਦਾ ਸਵਾਗਤ ਹੈ। ਅਤੇ ਸਭ ਤੋਂ ਵੱਧ ਸਵਾਗਤ ਮੇਰੇ ਅਧਿਆਪਕ ਸਾਥੀਆਂ ਦਾ, ਜਿਨ੍ਹਾਂ ਨੇ ਬੇਟਾ ਇਹ ਵੀਡੀਓ ਤੁਹਾਡੇ ਤੱਕ ਪੁੱਜਦੀ ਕੀਤੀ ਹੈ। ਤੁਸੀਂ ਦੇਖ ਰਹੇ ਹੋ ਵੀਡੀਓ ਦਾ, ਜਿੱਥੇ ਚਾਈਂ ਤੁਸੀਂ ਕੰਮ ਕਰ ਰਹੇ ਹੋ, ਉੱਥੇ ਨਾਲ ਦੀ ਨਾਲ ਤੁਸੀਂ ਅਭਿਆਸ ਵੀ ਕਰ ਰਹੇ ਹੋ। ਇਹ ਸਾਰਾ ਜਿਹੜਾ ਹੈ ਤੁਹਾਡੇ ਅਧਿਆਪਕਾਂ ਦੀ ਬਦੌਲਤ ਹੈ, ਜਿਹੜੇ ਸਖਤ ਮਿਹਨਤ ਦੇ ਨਾਲ ਇਹ ਵੀਡੀਓ ਮੇਰੇ ਕੋਲ ਪ੍ਰਪੇਅਰ ਕਰਵਾਉਂਦੇ ਨੇ, ਮੇਰੀ ਹੈਲਪ ਕਰਦੇ ਨੇ। ਅਸੀਂ ਰਲ ਮਿਲ ਕੇ ਵੀਡੀਓ ਤੁਹਾਡੇ ਵਾਸਤੇ ਬਣਾ ਕੇ ਭੇਜਦੇ ਹਾਂ, ਤਾਂ ਕਿ ਤੁਸੀਂ ਆਪਣਾ ਜਿੱਥੇ ਸਿਲੇਬਸ ਕਵਰ ਕਰ ਸਕੋ, ਉੱਥੇ ਨਾਲ ਹੀ ਆਪਣੇ ਆਪ ਨੂੰ ਸਹਿਯੋਗ ਕਰ ਸਕੋ ਕਿ ਜਿੰਨੇ ਵੀ ਸਾਡੇ ਟੈਸਟ ਆਉਂਦੇ ਨੇ ਔਨਲਾਈਨ, ਮਿਸ਼ਨ 100% ਹੋਵੇ, ਐਲਓ ਹੋਵੇ, ਲਰਨਿੰਗ ਆਊਟਕਮ, ਜਾਂ ਫਿਰ ਕੋਈ ਵੀ ਸਾਡਾ ਮੰਥਲੀ ਟੈਸਟ ਹੈ, ਸਾਡਾ ਕੋਈ ਵੀ ਕਿਸੇ ਵੀ ਕਿਸਮ ਦਾ ਕੰਪੀਟੀਸ਼ਨ ਹੁੰਦਾ ਹੈ, ਆਬਜੈਕਟਿਵ ਟਾਈਪ ਟੈਸਟ ਆਉਂਦੇ ਨੇ, ਹਰ ਸੰਡੇ ਨੂੰ ਆਉਂਦੇ ਨੇ, ਜਾਂ ਦਸੰਬਰ ਟੈਸਟ ਹੋ ਕੇ ਹਟਿਆ ਹੈ। ਇਹ ਸਾਰੇ ਵੀ ਤੁਸੀਂ ਆਪਣੀ ਤਿਆਰੀ ਕੀਤੀ ਹੈ। ਸਾਰਾ ਕੁਛ ਜਿਹੜਾ ਹੈ ਤੁਹਾਡੇ ਅਧਿਆਪਕਾਂ ਦੀ ਬਦੌਲਤ ਹੈ। ਸਿੱਖਿਆ ਵਿਭਾਗ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਹਾਂ। ਔਰ ਸਾਡਾ ਮਿਸ਼ਨ ਇੱਕ ਹੀ ਹੈ ਕਿ ਬੱਚੇ ਜਿੱਥੇ ਵੀ ਬੈਠੇ ਨੇ, ਜਿਨ੍ਹਾਂ ਹਾਲਤਾਂ ਵਿੱਚ ਵੀ ਬੈਠੇ ਨੇ, ਉਹ ਬੱਚੇ ਪੜ੍ਹ ਸਕਣ, ਅੱਗੇ ਵੱਧ ਸਕਣ, ਸਿਲੇਬਸ ਨੂੰ ਪੂਰਾ ਕਰ ਸਕਣ, ਕੁਝ ਨਵਾਂ ਸਿੱਖ ਸਕਣ, ਅਤੇ ਆਪਣੇ ਆਲੇ ਦੁਆਲੇ ਦੀ ਜਿੱਥੇ ਸਫਾਈ ਰੱਖ ਕੇ ਸਹਾਇਤਾ ਕਰ ਸਕਦੇ ਨੇ, ਉੱਥੇ ਸਾਰਿਆਂ ਦੂਸਰਿਆਂ ਨੂੰ ਵੀ ਜਿਹੜਾ ਹੈ ਇਹ ਆਦਤ ਪਾ ਸਕਦੇ ਨੇ ਕਿ ਲਗਾਤਾਰ ਪੜ੍ਹਨਾ ਹੈ, ਵੀਡੀਓ ਦੇਖਣੇ ਹਨ। ਕੰਟੈਂਟ ਜਿਹੜਾ ਵੀ ਕਿਸੇ ਵੀ ਕਿਸਮ ਦਾ ਕਿਤੇ ਵੀ ਆਉਂਦਾ ਹੈ, ਭਾਵੇਂ ਵਟਸ ਗਰੁੱਪ 'ਤੇ ਆਉਂਦਾ ਹੈ, ਫੇਸਬੁੱਕ 'ਤੇ ਆਉਂਦਾ ਹੈ, ਯੂਟਿਊਬ 'ਤੇ ਆਉਂਦਾ ਹੈ, ਜਾਂ ਵੈਸੇ ਮੈਸੇਜ ਆਉਂਦੇ ਨੇ, ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜਿਹੜਾ ਕੰਟੈਂਟ ਪੜ੍ਹਦੇ ਹੋ, ਕੋਈ ਵੀ ਚੀਜ਼ ਆਉਂਦੀ ਪੜ੍ਹਦੇ ਹੋ, ਸਾਂਝਾ ਕਰਦੇ ਹੋ। ਇਹਦੇ ਨਾਲ ਕੀ ਹੈ ਕਿ ਦੂਸਰੇ ਬੱਚੇ ਵੀ ਸਿੱਖਦੇ ਨੇ ਪੜ੍ਹਨਾ। ਸੋ ਚਲੋ ਜਲਦੀ ਨਾਲ ਅਸੀਂ ਪਾਠ ਵੱਲ ਪਰਤਦੇ ਹਾਂ। ਪਾਠ 12 ਅਸੀਂ ਅੱਬੂ ਦੀਆਂ ਕੁਕੜੀਆਂ ਪੜ੍ਹ ਚੁੱਕੇ ਸੀ, ਤੁਹਾਡੀ ਸਕਰੀਨ ਦੇ ਉੱਪਰ ਹੈ। ਬੇਨਤੀ ਕਰਾਂਗਾ ਕਿ ਸਾਰੇ ਬੱਚੇ, ਮਾਪੇ ਵੀ ਸੁਣਦੇ ਹੋਣ ਤਾਂ ਉਹ ਬੱਚਿਆਂ ਨੂੰ ਪਾਠ ਜਿਹੜਾ ਹੈ ਉਸ 'ਤੇ ਲੈ ਜਾਣ। ਔਰ ਪੇਜ ਨੰਬਰ 93 'ਤੇ ਅਸੀਂ ਜਾਣਾ ਹੈ, 94 'ਤੇ। ਉਸ ਤੋਂ ਅੱਗੇ ਜਾ ਕੇ ਅਸੀਂ ਕੰਮ ਕਰਨਾ ਹੈ। ਪਾਠ ਅਸੀਂ ਪੜ੍ਹ ਚੁੱਕੇ ਸੀ। ਪਾਠ ਪੜ੍ਹਨ ਤੋਂ ਬਾਅਦ ਅਸੀਂ ਅਭਿਆਸ ਸੀ, ਪ੍ਰਸ਼ਨ, ਟਿਕ ਮਾਰਕਸ ਵਾਲੇ, ਗਲਤ ਸਹੀ ਵਾਲੇ ਪ੍ਰਸ਼ਨ ਉੱਤਰ, ਇਹ ਸਾਰੇ ਅਸੀਂ ਜਿਹੜੇ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਰ ਚੁੱਕੇ ਹਾਂ। ਸਮਝੋ ਤੋਂ ਲਿਖੋ ਤੱਕ ਅਸੀਂ ਕਰ ਲਿਆ ਸੀ, ਪੇਜ 94 ਤੱਕ। ਅੱਜ ਅਸੀਂ ਪੇਜ ਨੰਬਰ 95 ਤੋਂ ਅੱਗੇ ਜਿਹੜਾ ਹੈ ਉਸ ਨੂੰ ਸ਼ੁਰੂ ਕਰਨਾ ਹੈ। ਸੋ ਮੈਨੂੰ ਆਸ ਹੈ ਕਿ ਪੇਜ ਨੰਬਰ 95 'ਤੇ ਸਾਰੇ ਬੱਚੇ ਨੇ ਆਪੋ ਆਪਣੀਆਂ ਕਿਤਾਬਾਂ ਖੋਲ੍ਹ ਲਈਆਂ ਹੋਣਗੀਆਂ, ਪੈਨਸਲਾਂ ਰੇਜ਼ ਕਰ ਲਈਆਂ ਹੋਣਗੀਆਂ, ਸ਼ਾਰਪ ਕਰ ਲਈਆਂ ਹੋਣਗੀਆਂ, ਰੇਜ਼ਰ ਤੁਹਾਡੇ ਕੋਲ ਹੋਏਗੀ, ਔਰ ਤੁਸੀਂ ਇਹ ਜਿਹੜਾ ਹੈ ਬਿਲਕੁਲ ਕੰਮ ਕਰਨ ਲਈ ਤਿਆਰ ਹੋਵੋਗੇ। ਦੱਸੋ ਪਾਪਾ। ਆਓ ਅਸੀਂ ਇਸ ਪਾਠ ਨੂੰ ਆਰੰਭ ਕਰਦੇ ਹਾਂ ਬੇਟਾ, ਔਰ ਜਿਹੜੀ ਅਭਿਆਸ ਰਹਿ ਗਈ ਹੈ ਉਸ ਨੂੰ ਕੰਪਲੀਟ ਕਰਦੇ ਹਾਂ। ਇਹਦੇ ਵਿੱਚ ਹੈ ਪੇਜ ਨੰਬਰ 95 'ਤੇ ਸਮਝੋ ਅਤੇ ਲਿਖੋ। ਜਿਵੇਂ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਦੇ ਉੱਤੇ, ਸਮਝੋ ਤੋਂ ਲਿਖੋ ਦੇ ਵਿੱਚ ਹੈ ਪਹਿਲਾ, ਚਿੱਟੇ ਤੋਂ ਉਹਨਾਂ ਨੇ ਬਣਾਇਆ ਹੈ ਕਾਲਾ। ਇੱਥੋਂ ਤੁਸੀਂ ਕੀ ਸਮਝੇ ਹੋ? ਇੱਥੋਂ ਇਹ ਸਮਝ ਲੱਗੀ ਹੈ ਕਿ ਉਹਨਾਂ ਨੇ ਵਿਰੋਧੀ ਸ਼ਬਦ ਦਿੱਤੇ ਹੋਏ ਨੇ। ਵਿਰੋਧੀ ਸ਼ਬਦ ਕੀ ਹੁੰਦੇ ਨੇ ਬੇਟਾ? ਵਿਰੋਧੀ ਸ਼ਬਦ ਉਹ ਹੁੰਦੇ ਨੇ ਜਿਹੜੇ ਅਸੀਂ ਕਿਸੇ ਸ਼ਬਦ ਤੋਂ, ਕਿਸੇ ਗੱਲ ਤੋਂ ਉਲਟੀ ਗੱਲ ਕਰਦੇ ਹਾਂ। ਜਿਵੇਂ ਦਿਨ ਰਾਤ, ਕਾਲਾ ਚਿੱਟਾ ਤੁਹਾਡੇ ਸਾਹਮਣੇ ਆਇਆ ਹੈ ਸ਼ਬਦ। ਇਸ ਤੋਂ ਇਲਾਵਾ ਅਸੀਂ ਕਹਿ ਦਿੰਦੇ ਹਾਂ ਦੂਰ ਨੇੜੇ, ਭਲਾ ਬੁਰਾ, ਠੀਕ ਹੈ, ਸਵੇਰ ਸ਼ਾਮ, ਠੀਕ ਹੈ। ਸੋ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਵਿਰੋਧੀ ਸ਼ਬਦ ਨੇ, ਗੁੱਸਾ, ਖੁਸ਼ ਹੋਣਾ, ਠੀਕ ਹੈ, ਮਾਣ ਸਤਿਕਾਰ ਕਰਨਾ, ਬੇਇੱਜ਼ਤੀ ਕਰਨਾ, ਠੀਕ ਹੈ। ਇਹ ਜਿਹੜੇ ਵਿਰੋਧੀ ਸ਼ਬਦ ਨੇ ਇਹ ਆਏ ਨੇ, ਇਹ ਆਪਾਂ ਸਮਝ ਕੇ ਜਿਹੜੇ ਕਰਨੇ ਨੇ। ਜਿਵੇਂ ਪਹਿਲਾ ਸ਼ਬਦ ਸਾਡੇ ਸਾਹਮਣੇ ਹੈ ਚਿੱਟਾ, ਕਾਲਾ, ਠੀਕ ਹੈ। ਦੂਸਰਾ ਸ਼ਬਦ ਹੈ ਸਾਡੇ ਕੋਲ ਦਿਨ। ਹੁਣ ਸੋਚੋ ਦਿਨ ਤੋਂ ਫਿਰ ਕਿਹੜਾ ਸ਼ਬਦ ਬਣੇਗਾ? ਸੋਚੋ।
बड़ा ही सौखा है। दिन तो बनेगा रात। सो असी शब्द लिखता है दिन तो रात। सारे बच्चे लिख लेंगे। उस तो अगला है साढ़े कोल सांझ। सांझ की होंदी है बेटा, ठीक है। जिस तरह असी सवेर कहने हैं तो फिर कहने शाम, शाम ਨੂੰ ਅਸੀਂ ਆਥਣ ਵੇਲਾ ਵੀ ਕਹਿ ਦਿੰਦੇ ਹਾਂ, ठीक है। 4 ਵਜੇ ਤੋਂ ਬਾਅਦ ਦਾ ਸਮਾਂ, ठीक है। सांझ ਨੂੰ ਅਸੀਂ सांझ ਸਵੇਰ ਹੁੰਦੀ ਹੈ, ਇਸ ਕਰਕੇ सांझ ਨੂੰ ਅਸੀਂ ਕੀ ਕਹਾਂਗੇ, ਆਥਣ ਵੀ ਕਹਿ ਸਕਦੇ ਹਾਂ, ਸ਼ਾਮ ਵੀ ਕਹਿ ਸਕਦੇ ਹਾਂ। सांझ ਤੋਂ ਉਲਟਾ ਕੀ ਬਣੇਗਾ, ਸ਼ਾਮ। इस तरह से शब्द लिखांगे सांझ तो शाम। इस तरह अगे है छोटा, तो छोटे तो किहड़ा शब्द बनेगा, विरोधी शब्द, सोचो। गुड। कई बच्चों ने बहुत सही तो सटीक अंदाजा लगा के दसता है कि छोटे तो वड्डा बनता है। आओ हुण असीं बच्चों इस नूं लिखते हैं। छोटे तो बनेगा वड्डा। वावा बेटा इस तरह पाना, क्योंकि वावा मेरा बिल्कुल नाल जुड़ गया है। वावा इस तरह पाओ, वड्डा। इस तो अगे है खरीदना। कोई चीज़ बेटा असीं खरीदते हैं, ठीक है। पहले मैं उपरला सही करदा, बच्चे गलत ना कर लैन। इस तरह लिखांगे वड्डा। हुण खरीदना है जिहड़ा बेटा, खरीदने का आपां उल्ट लिखना है। कोई भी चीज़ असीं बेटा खरीदते हैं, मतलब कि दुकान तो जाके, शॉप तो जाके, मॉल चो जाके, जां किसी भी दुकान ते जाके कोई भी चीज़ असीं परचेस करते हैं, खरीदते हैं। तो खरीदण का उल्ट की हो गया, वेचना, ठीक है। आ हुण असीं लिखते हैं वेचना। ये बन गया साढ़े को वेचना, ठीक है। नोट कर लो बच्चे, सारे शब्द जिहड़े आ वीडियो पॉज करके लिख सकते हो। इस तो अगे साढ़े को एक शब्द रह गया है, वो है लड़ाई। सो आपां हमेशा कहने हैं छोटे छोटे बच्चों को, सारे तुसीं सुनते भी हो कि सानू लड़ाई नहीं करनी चाहिए। अगर सानू लड़ाई नहीं करनी चाहिए तो फिर की करना चाहिए, आपे तुहानूं जवाब मिल जाएगा विरोधी शब्द का। दसो, लड़ाई ना करके सानू की करना चाहिए, सारे नाल प्यार जां मुहब्बत का इजहार करना चाहिए, प्यार करना चाहिए, ठीक है। हमेशा सानू वड्डियां दा सत्कार, छोटियां नाल प्यार करना चाहिए। सो लड़ाई का की होएगा, प्यार। लड़ाई का असीं लिखांगे प्यार, क्योंकि तुसीं छोटे बच्चे हो। वैसे अगर लड़ाई का विरोधी शब्द देखा जाए तो लड़ाई का हुंदा है सुलह सफाई, ठीक है। लेकिन तुसीं छोटे बच्चे हो, असीं झगड़े का प्यार ही लिखांगे, लड़ाई का प्यार ही लिखांगे, ठीक है। नोट कर लो। इस तो अगे बेटा लास्ट साढ़े को सैगमेंट है इस पाठ अबू दियां कुकड़ियां का। लास्ट अभ्यास का पाठ है, पाठ नंबर 6, हिस्सा है 6वां। 6वां क्वेश्चन ला लो, कुछ ला लो। लगा अखर जिहड़ा है आपां
ਅਦਕ ਜਿਹੜਾ ਹੈ ਉਹ ਲੱਭਣਾ ਹੈ ਆਪਣੇ ਪਾਠ ਪੁਸਤਕ ਵਿੱਚੋਂ। ਅਦਕ ਲਗਾ ਕੇ ਜਿੰਨੇ ਵੀ ਸ਼ਬਦ ਬਣੇ ਨੇ ਉਹ ਆਪਾਂ ਜਿਹੜੇ ਨੇ ਉਹ ਲਿਖ ਦੇਣੇ ਨੇ। ਠੀਕ ਹੈ, ਕਿੱਥੇ ਲਿਖਣੇ ਨੇ? ਇਹ ਸਾਡੇ ਕੋਲ ਖਾਲੀ ਸਥਾਨ ਦਿੱਤੇ ਨੇ, ਇਹਨਾਂ ਵਿੱਚ ਆਪਾਂ ਜਿਹੜੇ ਆ ਉਹ ਅਦਕ ਵਾਲੇ ਸ਼ਬਦ ਲੱਭ ਕੇ ਆਪਣੀ ਪੁਸਤਕ ਵਿੱਚੋਂ ਲਿਖਣੇ ਨੇ। ਆਪਾਂ ਹੁਣੇ ਪੁਸਤਕ ਦੇ ਉੱਪਰ ਚੱਲਾਂਗੇ, ਪਾਠ ਉੱਪਰ ਚੱਲਾਂਗੇ, ਪਾਠ ਨੂੰ ਇੱਕ ਵਾਰੀ ਦੇਖਾਂਗੇ। ਜਿੰਨੇ ਵੀ ਅਦਕ ਵਾਲੇ ਸ਼ਬਦ ਹੋਣਗੇ ਆਪਾਂ ਚੁਣਾਂਗੇ, ਕਿਉਂਕਿ ਆਪਣੇ ਕੋਲ ਜਿੰਨੀ ਜਗ੍ਹਾ ਦਿੱਤੀ ਗਈ ਹੈ, ਜਿੰਨੇ ਸ਼ਬਦ ਪੁੱਛੇ ਗਏ ਨੇ ਓਨੇ ਸ਼ਬਦ ਹੀ ਆਪਾਂ ਲੱਭਾਂਗੇ, ਓਨੇ ਹੀ ਇੱਥੇ ਲਿਖਾਂਗੇ। ਜਿਵੇਂ ਸਾਡੇ ਕੋਲ ਇੱਥੇ ਪੁੱਛਿਆ ਗਿਆ ਹੈ ਕਿ ਸਾਨੂੰ ਅਦਕ ਵਾਲੇ ਸ਼ਬਦ ਲੱਭ ਕੇ ਦਿਓ, ਤਾਂ 1 2 3 4 5 6 7 ਐਂਡ 8। ਸੋ ਸਾਡੇ ਕੋਲ 8 ਸ਼ਬਦ ਨੇ ਜਿਹੜੇ ਇੱਥੇ ਅਸੀਂ ਲਿਖਣੇ ਨੇ। ਤੁਸੀਂ ਵੱਧ ਵੀ ਲਿਖ ਸਕਦੇ ਹੋ, ਆਪਾਂ ਵੱਧ ਲੱਭਾਂਗੇ, ਲੇਕਿਨ ਘੱਟੋ ਘੱਟ ਆਪਾਂ 8 ਸ਼ਬਦ ਜ਼ਰੂਰ ਲੱਭਣੇ ਨੇ। ਸੋ ਚਲੋ ਆਓ ਆਪਾਂ ਪਾਠ ਦੇ ਉੱਪਰ ਚੱਲੀਏ ਅਤੇ ਦੇਖੀਏ ਕਿ ਅਦਕ ਵਾਲੇ ਸ਼ਬਦ ਕਿਹੜੇ ਕਿਹੜੇ ਨੇ। ਮੈਂ ਤੁਹਾਨੂੰ ਅੰਡਰਲਾਈਨ ਕਰ ਲਾਂਗਾ, ਸ਼ਬਦਾਂ ਥੱਲੇ ਜਿਹੜੀਆਂ ਲਕੀਰਾਂ ਜਿਹੜੀਆਂ ਲਗਾ ਦਾਂਗਾ। ਤੁਸੀਂ ਕੀ ਕਰਨਾ ਹੈ, ਉਹਨਾਂ ਲਕੀਰਾਂ ਦੇ ਆਖਰੀ ਸ਼ਬਦ ਤੁਸੀਂ ਆਪਣੀ ਜਿਹੜੀ ਕਿਤਾਬ ਹੈ ਉਹਦੇ ਉੱਤੇ ਲਿਖ ਲੈਣੇ ਨੇ, ਅੰਡਰਲਾਈਨ ਕਰ ਲੈਣੇ ਨੇ, ਲੀਕਾਂ ਲਾ ਲਏ ਥੱਲੇ ਸ਼ਬਦਾਂ ਦੇ, ਅਤੇ ਬਾਅਦ ਵਿੱਚ ਉਹਨਾਂ ਨੂੰ ਤੁਸੀਂ ਲਿਖ ਲਿਓ ਇਹਨਾਂ ਸ਼ਬਦਾਂ ਦੇ ਉੱਤੇ ਜਿੱਥੇ ਆਪਾਂ ਛੱਡ ਕੇ ਆਏ ਹਾਂ, ਜਿੱਥੇ ਅਦਕ ਵਾਲੇ ਸ਼ਬਦ ਲਿਖਣੇ ਨੇ। ਸੋ ਪਹਿਲਾ ਸ਼ਬਦ ਹੈ, ਅੰਡਰਲਾਈਨ ਕਰ ਲਓ, ਸਾਡੇ ਕੋਲ ਆਇਆ ਅੱਬੂ। ਦੇਖੋ ਇਹਦੇ ਉੱਤੇ ਅਦਕ ਲੱਗਾ ਹੈ ਨਾ, ਨੋਟ ਕਰ ਲਓ। ਇਸ ਤੋਂ ਅੱਗੇ ਦੇਖੋ ਇੱਕ ਦੇ ਉੱਤੇ ਵੀ ਅਦਕ ਲੱਗਾ ਹੋਇਆ, ਇਹ ਵੀ ਆਪਾਂ ਨੋਟ ਕਰ ਲਾਂਗੇ। ਇਸ ਤੋਂ ਅੱਗੇ ਹੈ ਚਿੱਟਾ। ਮੈਨੂੰ ਆਸ ਹੈ ਕਿ ਸਾਰੇ ਬੱਚੇ ਨਿਸ਼ਾਨੀਆਂ ਲਗਾ ਰਹੇ ਹੋਣਗੇ। ਅਗਰ ਵੱਡੇ ਭੈਣ ਭਰਾ ਬੈਠੇ ਨੇ ਜ਼ਰੂਰ ਲਗਵਾ ਦਿਓ, ਤਾਂ ਕਿ ਬੱਚੇ ਅਦਕ ਵਾਲੇ ਸ਼ਬਦ ਢੁਕਵੇਂ ਸਥਾਨ 'ਤੇ ਲਿਖ ਸਕਣ ਜਿੱਥੇ ਇਹ ਲਿਖਣ ਨੂੰ ਕਿਹਾ ਗਿਆ। ਇਸ ਤੋਂ ਅਗਲਾ ਸ਼ਬਦ ਦੇਖਦੇ ਹਾਂ ਬੇਟਾ, ਵਟਾਂਗਾ। ਹੁਣ ਵਾਵੇ ਨੂੰ ਅਦਕ ਹੈ, ਇਹ ਵੀ ਨੋਟ ਕਰ ਸਕਦੇ ਹੋ। ਇਸ ਤੋਂ ਅੱਗੇ ਹੈ ਅੱਬੂ, ਆਪਾਂ ਪਹਿਲਾਂ ਹੀ ਲਿਖ ਲਿਆ, ਅੱਬੂ ਨਹੀਂ ਲਿਖਾਂਗੇ। ਵਿੱਚ, ਇਹ ਦੇਖੋ ਵਿੱਚ ਹੈ, ਇਸ ਨੂੰ ਵੀ ਲਿਖ ਸਕਦੇ ਹੋ, ਵਿੱਚ। ਠੀਕ ਹੈ, ਅੱਗੇ ਹੈ ਵੱਲ, ਨੋਟ ਕਰੀ ਜਾਓ ਬੇਟਾ, ਕਿਉਂਕਿ ਮੈਂ ਸਕਰੀਨ ਅੱਗੇ ਕਰਾਂਗਾ ਤਾਂ ਮਿਟ ਜਾਣਗੇ ਸਾਰੇ ਅੰਡਰਲਾਈਨ ਕੀਤੇ। ਸੋ ਨਾਲ ਨਾਲ ਤੁਸੀਂ ਅੰਡਰਲਾਈਨ ਕਰ ਲਓ, ਨੋਟ ਕਰ ਲਓ। ਵੱਲ, ਵੱਲ ਤੋਂ ਅੱਗੇ ਹੈ ਲੱਗੀਆਂ। ਕਿਹੜਾ ਸ਼ਬਦ ਹੈ? ਲੱਗੀਆਂ। ਇਹ ਦੇਖੋ ਲੱਗੀਆਂ। ਠੀਕ ਹੈ, ਪਹਿਲਾਂ ਮੈਂ ਲਿਖਾਇਆ ਸੀ ਵੱਲ, ਅੱਗੇ ਹੈ ਲੱਗੀਆਂ। ਇਸ ਤੋਂ ਅਗਲਾ ਸ਼ਬਦ ਦੇਖਦੇ ਹਾਂ, ਨੋਟ ਕਰ ਲਓ। ਇਸ ਤੋਂ ਅੱਗੇ ਹੈ ਸਾਡੇ ਕੋਲ ਅੱਬੂ, ਅਸੀਂ ਲਿਖ ਲਿਆ, ਲੱਗੀਆਂ ਵੀ ਲਿਖ ਲਿਆ, ਲੱਗਿਆ ਇੱਕ ਹੀ ਬਰਾਬਰ ਹੈ, ਲੱਗੀ, ਲੱਗੀ ਲਿਖ ਸਕਦੇ ਹੋ ਸ਼ਬਦ ਹੈ। ਉਸ ਤੋਂ ਅੱਗੇ ਹੈ ਉੱਠਿਆ। ਦੇਖੋ ਊੜੇ ਦੇ ਉੱਤੇ ਅਦਕ ਲੱਗੀ ਹੋਈ ਹੈ, ਉੱਠਿਆ। ਠੀਕ ਹੈ, ਖੁੱਡੇ, ਰੱਖ, ਨੋਟ ਕਰੀ ਜਾਓ, ਸ਼ਾਬਾਸ਼। ਠੀਕ ਹੈ, ਅੱਜ, ਓਕੇ। ਇਸ ਤੋਂ ਅੱਗੇ ਰੱਖਾਂਗਾ। ਠੀਕ ਹੈ, ਇਹ ਨੋਟ ਕਰ ਲਓ ਸਾਰੇ ਸ਼ਬਦ। ਅੱਗੇ ਚੱਲਦੇ ਹਾਂ। ਸੋ ਅਗਲੇ ਪੇਜ 'ਤੇ ਹੈ ਬੇਟਾ ਅੱਜ। ਅੱਬੂ ਆਪਾਂ ਲਿਖ ਚੁੱਕੇ ਹਾਂ ਪਹਿਲਾਂ ਹੀ। ਭੁੱਲ, ਠੀਕ ਹੈ, ਖੁੱਡੇ ਵੀ ਲਿਖ ਚੁੱਕੇ ਹਾਂ। ਇਸ ਤੋਂ ਅੱਗੇ ਪਿੱਛੋਂ, ਠੀਕ ਹੈ, ਨੋਟ ਕਰ ਲਓ, ਫਿਰ ਅੱਗੇ ਚੱਲਦੇ ਹਾਂ। ਇਸ ਤੋਂ ਅੱਗੇ ਹੈ ਚਿੱਟੀ, ਇੱਕੋ, ਲੱਗੀਆਂ ਆਪਾਂ ਲਿਖ ਚੁੱਕੇ ਹਾਂ ਪਹਿਲਾਂ। ਠੀਕ ਹੈ, ਫਿਰ ਵੀ ਮੈਂ ਨਿਸ਼ਾਨੀ ਲਗਾ ਦਿੰਦਾ, ਨੋਟ ਕਰ ਲਓ। ਇਸ ਤੋਂ ਅੱਗੇ ਚੱਲਦੇ ਹਾਂ। ਉਹ, ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲ ਹੈ ਲੱਗਦਾ। ਠੀਕ ਹੈ, ਲੱਗਦੇ ਤੋਂ ਅੱਗੇ ਖੁੱਡਿਆਂ, ਖੁੱਡਾ ਵੀ ਆਪਾਂ ਲਿਖ ਚੁੱਕੇ ਹਾਂ ਵੈਸੇ ਪਹਿਲਾਂ ਵੀ। ਅੱਡ, ਅੱਡ,
ਠੀਕ ਹੈ। ਇਹ ਵੀ ਸ਼ਬਦ ਹੈ ਜਿਹਨੂੰ ਅਧਿਕ ਲੱਗਾ ਹੋਇਆ ਹੈ। ਠੀਕ ਹੈ, ਨੋਟ ਕਰ ਲਓ। ਅੱਗੇ ਚੱਲਦੇ ਹਾਂ। ਵਿੱਚ, ਵਿੱਚ ਆਪਾਂ ਪਹਿਲਾਂ ਲਿਖ ਲਿਆ, ਫਿਰ ਨੋਟ ਕਰਨਾ ਤੇ ਕਰ ਸਕਦੇ ਹੋ। ਠੀਕ ਹੈ, ਭੁੱਖ, ਇਹ ਵੀ ਨੋਟ ਕਰ ਸਕਦੇ ਹੋ। ਇਸ ਤਰ੍ਹਾਂ ਬੇਟਾ ਦੇਖੋ ਆਪਾਂ ਕਿੰਨੇ ਜਿਹੜੇ ਸ਼ਬਦ ਨੇ ਉਹ ਲੱਭੇ ਨੇ, ਨੋਟ ਕਰ ਲਓ। ਔਰ ਅੱਗੇ ਤੁਸੀਂ ਹੋਰ ਦੇਖੋਗੇ ਤਾਂ ਹੋਰ ਸ਼ਬਦ ਵੀ ਤੁਸੀਂ ਇਹ 'ਚੋਂ ਲੱਭ ਸਕਦੇ ਹੋ। ਕਾਫੀ ਤੁਹਾਨੂੰ ਸ਼ਬਦ ਜਿਹੜੇ ਨੇ ਮਿਲ ਜਾਣਗੇ ਪਾਠ ਵਿੱਚ, ਤੁਸੀਂ ਇਹਨਾਂ ਤੋਂ ਦੇਖ ਕੇ ਲੱਭ ਸਕਦੇ ਹੋ। ਸੋ ਇੱਥੋਂ ਤੱਕ ਬੇਟਾ ਇਹ ਪਾਠ ਤੁਹਾਡਾ ਕੰਪਲੀਟ ਹੋ ਗਿਆ। ਇਹ ਸ਼ਬਦ ਤੁਸੀਂ ਢੁਕਵੀਂ ਸਥਾਨ 'ਤੇ ਲਿਖ ਦੇਣੇ ਨੇ। ਜਿੱਥੇ ਮੈਂ ਤੁਹਾਨੂੰ ਦੱਸਿਆ ਇਹ ਸ਼ਬਦ ਆਪਾਂ ਕਿੱਥੇ ਲਿਖਣੇ ਨੇ, ਬਿਲਕੁਲ ਇੱਥੇ ਲਿਖਣੇ ਨੇ ਜਿੱਥੇ ਆਪਾਂ ਛੱਡ ਕੇ ਗਏ ਸੀ। ਇਹ ਸਾਰੇ ਸ਼ਬਦ ਤੁਸੀਂ ਇੱਥੇ ਲਿਖ ਲੈਣੇ ਨੇ। ਸੋ ਇਸ ਪਾਠ ਦਾ ਉਦੇਸ਼ ਵੀ ਹੈ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ, ਉਦੇਸ਼ ਯਾਦ ਰੱਖਣਾ ਹੈ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਆਪਣਾ ਧਿਆਨ ਰੱਖਿਓ। ਆਪਣੇ ਤੋਂ ਜ਼ਿਆਦਾ ਜਿਹੜਾ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਬੇਟਾ, ਜ਼ਰੂਰੀ ਹੈ। ਆਪਣੇ ਤੋਂ ਜ਼ਿਆਦਾ ਪੇਰੈਂਟਸ ਦਾ ਵੀ ਧਿਆਨ ਰੱਖਣਾ ਹੈ। ਮਾਸਕ ਦੀ ਵਰਤੋਂ ਕਰਨੀ ਹੈ, ਘਰਾਂ ਵਿੱਚ ਹੀ ਰਹਿਣਾ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ, ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਂਦੇ ਰਹਿਣਾ ਹੈ। ਔਰ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ, ਤਾਂ ਕਿ ਬੱਚੇ ਦੂਸਰੀ ਕਲਾਸ ਦੇ ਕੰਮ ਕਰ ਸਕਣ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।